ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਗਿਆਨਮ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ। ਤੁਸੀਂ ਸਾਰੇ ਜਾਣਦੇ ਹੋ ਵੀ 1 ਦਸੰਬਰ 2024 ਦੀ ਮਿਤੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਉਸ ਦਿਨ ਸਾਡਾ ਪੀਐਸਟੈਟ ਭਾਵੇਂ ਪੇਪਰ 1 ਹੋਵੇ ਭਾਵੇਂ ਪੇਪਰ 2 ਹੋਵੇ, ਪੂਰੇ ਪੰਜਾਬ ਦੇ ਵਿੱਚ ਜੋ ਹੈ ਬਹੁਤ ਸਾਰੀ ਉਡੀਕ ਤੋਂ ਬਾਅਦ ਜਿਹੜਾ ਹੈ ਕੰਡਕਟ ਕਰਾਇਆ ਜਾ ਰਿਹਾ ਹੈ। ਅੱਜ ਅਸੀਂ ਇੱਥੇ ਕਿਉਂ ਇਕੱਠੇ ਹੋਏ ਹਾਂ? ਤੁਸੀਂ ਪਿੱਛੇ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਹੋਣਾ ਵੀ ਮੈਂ ਅੱਜ ਜਿਹੜੀ ਹੈ ਗੱਲ ਕਰਨ ਜਾ ਰਹੀ ਹਾਂ ਵੀ 120 ਪਲੱਸ ਮਾਰਕਸ ਤੁਸੀਂ ਘਰੇ ਬੈਠੇ ਇਸ ਪੇਪਰ ਦੇ ਵਿੱਚ ਕਿਵੇਂ ਲੈ ਸਕਦੇ ਹੋ। ਹਾਂਜੀ, ਬਿਲਕੁਲ ਘਰੇ ਬੈਠੇ, ਬਿਨਾਂ ਕਿਸੇ ਕੋਚਿੰਗ ਤੋਂ, ਬਿਲਕੁਲ ਫ੍ਰੀ ਰਿਸੋਰਸਿਸ ਤੋਂ, ਬਿਲਕੁਲ ਫ੍ਰੀ ਸਰੋਤਾਂ ਤੋਂ ਤੁਸੀਂ ਕਿਵੇਂ ਜਿਹੜੇ ਹੈ 120 ਪਲੱਸ ਨੰਬਰ ਇਹਦੇ ਵਿੱਚ ਲੈ ਕੇ ਆਪਣਾ ਨਾਮ ਜਿਹੜਾ ਹੈ ਰੌਸ਼ਨ ਕਰ ਸਕਦੇ ਹੋ। ਕਿਉਂਕਿ 120 ਪਲੱਸ ਬਹੁਤ ਘੱਟ ਜਨਤਾ ਹੈ ਜਿਹੜੀ ਇਹਦੇ ਵਿੱਚ ਪਹੁੰਚਦੀ ਹੈ। ਵੈਸੇ ਤੁਸੀਂ ਜਾਣਦੇ ਹੋ 90 ਨੰਬਰ ਕੁਆਲੀਫਾਈਂਗ ਹੈ ਜਰਨਲ ਕੈਟੇਗਰੀ ਲਈ, 82 ਨੰਬਰ ਕੁਆਲੀਫਾਈਂਗ ਹੈ ਰਿਜ਼ਰਵਡ ਕੈਟੇਗਰੀ ਲਈ। ਹੁਣ ਅੱਗੇ ਵੀਡੀਓ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ, ਪਹਿਲਾਂ ਇਹ ਸਮਝਣਾ ਸਾਡੇ ਲਈ ਜ਼ਰੂਰੀ ਹੈ ਵੀ ਇਹ ਪੇਪਰ, ਇਹ ਮੌਕਾ ਮਿਤੀ 1 ਦਸੰਬਰ ਸਾਡੇ ਲਈ ਕਿਉਂ ਜ਼ਰੂਰੀ ਹੈ। ਦੇਖੋ, ਮੈਂ ਵਾਰ-ਵਾਰ ਆਪਣੀ ਪਹਿਲੀ ਵੀਡੀਓਜ਼ ਦੇ ਅੰਦਰ ਵੀ ਇਹ ਚੀਜ਼ ਕਹਿ ਚੁੱਕੀ, ਭਾਵੇਂ ਤੁਸੀਂ ਇਹ ਪੇਪਰ ਪਹਿਲੀ ਵਾਰ ਦੇ ਰਹੇ ਹੋ, ਭਾਵੇਂ ਦੂਜੀ ਵਾਰ ਦੇ ਰਹੇ ਹੋ, ਤੀਜੀ ਵਾਰ ਦੇ ਰਹੇ ਹੋ, ਜਦ ਮਰਜ਼ੀ ਵਾਰ ਤੁਸੀਂ ਇਹ ਪੇਪਰ ਦੇ ਰਹੇ ਹੋ, ਇਸ ਮੌਕੇ ਨੂੰ ਆਪਣਾ ਪਹਿਲਾ ਤੇ ਆਖਰੀ ਮੌਕਾ ਜਿਹੜਾ ਹੈ ਸਮਝ ਕੇ ਪੂਰੇ ਦਿਲ ਨਾਲ ਪੇਪਰ ਦਿਓ। ਕਿਉਂ? ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਵੀ 1.5 ਸਾਲ ਬਾਅਦ ਮਾਰਚ 2023 ਦੇ ਵਿੱਚ ਲਾਸਟ ਪੀਐਸਟੈਟ ਕੰਡਕਟ ਕਰਾਇਆ ਗਿਆ ਸੀ ਤੇ ਹੁਣ ਜਿਹੜਾ ਹੈ ਇਹ ਪੂਰੇ ਕੁੱਲ 1.5 ਸਾਲ ਤੋਂ ਵੀ ਉੱਪਰ ਹੋ ਚੁੱਕਿਆ ਹੈ। ਇਹ ਪੇਪਰ ਹੁਣ ਕੰਡਕਟ ਕਰਾਇਆ ਜਾ ਰਿਹਾ, ਉਹ ਵੀ ਜਦੋਂ ਸਰਕਾਰਾਂ ਤੇ ਬਹੁਤ ਜ਼ਿਆਦਾ ਟੀਚਰਸ ਤੇ ਸਟੂਡੈਂਟਸ ਵੱਲੋਂ ਪ੍ਰੈਸ਼ਰ ਪਾਇਆ ਗਿਆ। ਤਾਂ ਹੁਣ ਰੱਬ ਜਾਣਦਾ ਵੀ ਅਗਲੀ ਵਾਰ ਇਹ ਪੇਪਰ ਕਦੋਂ ਹੋਏਗਾ। ਬਹੁਤ ਜਿਹੜੇ ਮੇਰੇ ਵਿਊਅਰਸ ਹੋਣਗੇ, ਮੇਰੀਆਂ ਭੈਣਾਂ ਹੋਣਗੀਆਂ, ਠੀਕ ਹੈ, ਉਹ ਸਾਰੇ ਜਿਹੜੇ ਹੈਗੇ ਆਪਣੀ ਏਜ ਲਿਮਿਟ ਦੇ ਕੋਲ ਵੀ ਪਹੁੰਚ ਰਹੇ ਹੋਣੇ। ਤੁਸੀਂ ਜਾਣਦੇ ਹੋ ਜਰਨਲ ਕੈਟੇਗਰੀ ਲਈ ਪੰਜਾਬ ਦੇ ਵਿੱਚ ਅਧਿਆਪਕ ਜੇ ਤੁਸੀਂ ਲੱਗਣਾ 37 ਸਾਲ ਜਿਹੜੀ ਹੈ ਲਾਸਟ ਤੁਹਾਡੀ ਲਿਮਿਟ ਹੈ। ਤਾਂ ਬਹੁਤ ਲੋਕ ਜਿਹੜੇ ਹੈ ਇਹ ਚਿੰਤਾ ਦੇ ਵਿੱਚ ਵੀ ਹੋਣੇ ਵੀ ਸਾਡੀ ਤਾਂ ਲਿਮਿਟ ਵੀ ਕੋਲ ਆ ਰਹੀ ਹੈ, ਏਜ ਲਿਮਿਟ ਵੀ ਸਾਡੀ ਨਿਕਲਦੀ ਜਾ ਰਹੀ ਹੈ ਤੇ ਸਾਡਾ ਪੀਐਸਟੈਟ ਦਾ ਪੇਪਰ ਜਿਹੜਾ ਹੈ ਉਹ ਨਿਕਲ ਨਹੀਂ ਰਿਹਾ। ਦੇਖੋ, ਚਿੰਤਾ ਬਿਲਕੁਲ ਜਾਇਜ਼ ਹੈ ਤੁਹਾਡੀ। ਕਿਉਂਕਿ ਜੇ ਸਰਕਾਰ ਪੀਐਸਟੈਟ ਕਰਾ ਰਹੀ ਹੈ ਤਾਂ ਪੂਰੀ ਪੂਰੀ ਉਮੀਦ ਹੈ ਕਿ ਪੋਸਟਾਂ ਜ਼ਰੂਰ ਕੱਢੇਗੀ, ਠੀਕ ਹੈ। ਤੇ ਜਦੋਂ ਪੋਸਟਾਂ ਆਣਗੀਆਂ ਉਦੋਂ ਬੈਠ ਕੇ ਰੋਵੋ ਕਿ ਮੇਰਾ ਤਾਂ ਪੀਐਸਟੈਟ ਹੀ ਨਹੀਂ ਨਿਕਲਿਆ। ਉਸ ਤੋਂ ਬੈਟਰ ਇਹ ਹੈ ਵੀ ਇਹ 1 ਮਹੀਨਾ ਜਿਹੜਾ ਆਖਰੀ ਬਚਿਆ ਇਹਦੇ ਵਿੱਚ ਆਪਣੀ ਜੀ ਜਾਨ ਪੂਰੀ ਲਾ ਦਿਓ ਤੇ ਆਪਣੀ ਤਿਆਰੀ ਤੁਸੀਂ 120 ਪਲੱਸ ਤੱਕ ਦੀ ਲੈ ਕੇ ਜਾਓ, ਤਾਂ ਕਿ ਤੁਹਾਡੇ ਉੱਥੇ ਪੇਪਰ ਜਾ ਕੇ ਕਲੀਅਰ ਤਾਂ ਹੋਵੇ ਹੀ ਤੇ ਨਾਲ ਤੁਹਾਡੇ ਇਹੋ ਜਿਹੇ ਨੰਬਰ ਆਣ ਵੀ ਤੁਸੀਂ ਜਿਹੜਾ ਹੈ ਦੁਨੀਆ ਨੂੰ ਪੂਰੇ ਗਰਵ ਦੇ ਨਾਲ ਜਿਹੜਾ ਹੈ ਦੱਸ ਸਕੋ, ਠੀਕ ਹੈ। ਤਾਂ ਅੱਜ ਆਪਾਂ ਵੀਡੀਓ ਦੇ ਵਿੱਚ ਇਹ ਪੂਰੀ ਗੱਲ ਕਰਨੀ ਹੈ ਵੀ ਸਾਡੇ 120 ਪਲੱਸ ਨੰਬਰ ਇਹਦੇ ਵਿੱਚ ਕਿਵੇਂ ਆ ਸਕਦੇ ਆ। ਜ਼ਰੂਰੀ ਕਿਉਂ ਹੈ 1 ਦਸੰਬਰ ਦੀ ਮਿਤੀ, ਤੁਸੀਂ ਸਾਰੇ ਜਿਹੜੇ ਹੈ ਜਾਣ ਚੁੱਕੇ ਹੋ। ਅੱਜ ਦੀ ਡੇਟ ਹੈਗੀ ਹੈ ਜੀ 29 ਅਕਤੂਬਰ, ਜਦੋਂ ਇਹ ਵੀਡੀਓ ਰਿਕਾਰਡ ਹੋ ਰਹੀ ਹੈ, ਠੀਕ ਹੈ। ਅੱਗੇ ਜਿਹੜੇ ਸਾਡੇ ਦਿਨ ਹੈਗੇ ਹੈ, ਤੁਹਾਡੇ ਮੇਰੇ ਸਾਰਿਆਂ ਦੇ ਫੇਵਰੇਟ ਤਿਉਹਾਰ ਦੀਵਾਲੀ ਦੇ ਵਿੱਚ ਨਿਕਲ ਜਾਣੇ ਆ, ਠੀਕ ਹੈ। ਦੀਵਾਲੀ ਤਾਂ ਦੇਖੋ ਇੰਜੋਏ ਕਰਨੀ ਵੀ ਬਣਦੀ ਹੈ, ਪਰ ਨਾਲ ਨਾਲ ਦਿਮਾਗ ਦੇ ਵਿੱਚ ਇਹ ਵੀ ਰੱਖਣਾ ਵੀ ਸਾਡਾ ਪੇਪਰ ਵੀ ਹੈ, ਠੀਕ ਹੈ। ਕਿਤੇ ਇਹ ਨਾ ਹੋਵੇ ਅਸੀਂ 10 ਦਿਨ ਦੀਵਾਲੀ ਮਨਾਉਂਦੇ ਰਹਿ ਜਾਈਏ ਤੇ ਪੇਪਰ ਦੇ ਵਿੱਚ ਜਿਹੜਾ ਹੈ ਸਾਡਾ ਦਿਵਾਲਾ ਨਿਕਲ ਜੇ, ਠੀਕ ਹੈ। ਉਹ ਕਹਿੰਦੇ ਆ ਨਾ ਵੀ ਅੱਗ ਲੱਗੀ ਤੇ ਖੂਹ ਪੁੱਟਣ ਨਾਲ ਕੁਝ ਨਹੀਂ ਹੁੰਦਾ, ਠੀਕ ਹੈ। ਅੱਗ ਲੱਗੀ ਤੇ ਜਿਹੜਾ ਹੈ ਜਦੋਂ ਤੁਸੀਂ ਖੂਹ ਪੁੱਟੋਗੇ ਤਾਂ ਕੁਝ ਨਹੀਂ ਹੋਏਗਾ। ਹਜੇ ਵੀ 1 ਮਹੀਨਾ ਹੈਗਾ, ਤੁਸੀਂ ਆਰਾਮ ਨਾਲ ਜੇ ਦਿਨ 'ਚ ਤੁਸੀਂ 3-4 ਘੰਟੇ ਆਪਣੇ ਦਿੰਨੇ ਹੋ, ਤੁਸੀਂ ਆਰਾਮ ਨਾਲ ਇਹ ਪੇਪਰ ਦੇ ਵਿੱਚ 120 ਪਲੱਸ ਨੰਬਰ ਜਿਹੜੇ ਹੈ ਉਹ ਟਾਰਗੇਟ ਕਰਕੇ ਜਾ ਸਕਦੇ ਹੋ, ਠੀਕ ਹੈ। ਤਾਂ ਦੇਖੋ ਜੀ, ਜੇ ਆਪਾਂ ਦੀਵਾਲੀ ਦੇ ਦਿਨ ਕੱਢ ਦਈਏ ਤਾਂ ਸਾਡੇ ਕੋਲ ਕੇਵਲ 1 ਮਹੀਨਾ ਜਾਂ ਉਸ ਤੋਂ ਵੀ ਘੱਟ ਦਾ ਜਿਹੜਾ ਹੈ ਸਮਾਂ ਬਾਕੀ ਹੈ, ਠੀਕ ਹੈ। ਤਾਂ ਇਸ ਸਮੇਂ ਦੇ ਵਿੱਚ ਅਸੀਂ ਇਸ ਪੇਪਰ ਦੇ ਵਿੱਚ 120 ਨੰਬਰ ਕਿਵੇਂ ਲੈ ਸਕਦੇ ਆ, ਉਹਦੀ ਸਭ ਤੋਂ ਪਹਿਲਾ ਜਿਹੜਾ ਰੂਲ ਹੈ ਜੀ ਮੇਰੇ ਪਿੱਛੇ ਲਿਖਿਆ ਹੀ ਹੋਇਆ ਹੈ। ਮੈਂ ਬਹੁਤ ਵਾਰ ਸਟ੍ਰੈਸ ਕਰਦੀ ਹਾਂ, ਬਹੁਤ ਵਾਰ ਇਸ ਚੀਜ਼ ਤੇ ਮੈਂ ਦਬਾ ਦਿੰਦੀ ਹਾਂ, ਫਿਰ ਵੀ ਜਿਹੜੇ ਹੈ ਲੋਕ ਇਹ ਗੱਲ ਨੂੰ ਸਮਝਦੇ ਨਹੀਂ ਹੈ। ਥਿਊਰੀ ਦੇ ਪਿੱਛੇ ਪਏ ਰਹਿੰਦੇ ਆ ਵੀ ਥਿਊਰੀ ਕਰ ਲਈਏ, ਪਹਿਲਾਂ ਸਿਲੇਬਸ ਕਰ ਲਈਏ। ਦੇਖੋ, ਸਿਲੇਬਸ ਜ਼ਰੂਰੀ ਹੈ, ਮੈਂ ਬਿਲਕੁਲ ਮੰਨਦੀ ਹਾਂ। ਜੇ ਤੁਹਾਨੂੰ ਸਿਲੇਬਸ ਹੀ ਨਹੀਂ ਪਤਾ ਹੋਏਗਾ ਤੁਸੀਂ ਕੁਐਸਚਨ ਕੀ ਸੋਲਵ ਕਰੋਗੇ। ਪਰ ਮੇਰੀ ਗੱਲ ਮੰਨ ਕੇ ਚੱਲਿਓ, ਇਹ ਪੇਪਰ ਕੋਈ ਯੂਪੀਐਸਸੀ ਦਾ ਪੇਪਰ ਨਹੀਂ ਹੈ, ਇਹ ਕੋਈ ਅਫਸਰ ਬਣਾਉਣ ਵਾਲਾ, ਤੁਹਾਨੂੰ ਕੋਈ ਆਈਏਐਸ ਪੀਸੀਐਸ ਲਾਉਣ ਵਾਲਾ ਪੇਪਰ ਨਹੀਂ ਹੈ। ਇਹ ਪੇਪਰ ਹੈਗਾ ਜੀ ਕੁਆਲੀਫਾਈਂਗ। ਦੇਖੋ, ਅਸੀਂ ਨਾ ਇਹ ਚੀਜ਼ ਸਮਝਣੀ ਬੜੀ ਜ਼ਰੂਰੀ ਹੈ ਕੰਪੀਟੀਟਿਵ ਐਗਜ਼ਾਮਸ 'ਚ ਸਪੈਸ਼ਲੀ, ਠੀਕ ਹੈ। ਆਪਾਂ ਨਾ ਇੱਕ ਗਲਤ ਫਹਿਮੀ ਚੱਲਦੇ ਹਾਂ ਵੀ ਇਹ ਪੇਪਰ ਕਰੈਕ ਕਰਨ ਲਈ ਇੰਟੈਲੀਜੈਂਟ ਹੋਣਾ ਜ਼ਰੂਰੀ ਹੈ। ਇੰਟੈਲੀਜੈਂਟ ਜਾਂ ਹਾਰਡ ਵਰਕਿੰਗ ਹੋਣਾ ਜ਼ਰੂਰੀ ਨਹੀਂ ਹੈ, ਸਮਾਰਟ ਵਰਕ,
ਸਮਾਰਟ ਵਰਕ ਤੁਹਾਨੂੰ ਜਿਹੜਾ ਹੈ ਉਹ ਕਰਨਾ ਆਉਣਾ ਚਾਹੀਦਾ ਹੈ। ਸਿਲੇਬਸ ਪੂਰਾ ਕਰਕੇ ਤੁਸੀਂ ਕੀ ਕਰਨਾ ਹੈ, ਉੱਥੇ ਉਹਨਾਂ ਨੇ ਇਹ ਤੁਹਾਡੇ ਕਾਲਜ ਦਾ ਪੇਪਰ ਨਹੀਂ ਹੈ ਜਾਂ ਤੁਹਾਡੀ ਯੂਨੀਵਰਸਿਟੀ ਦਾ ਪੇਪਰ ਨਹੀਂ ਹੈ ਜਿੱਥੇ ਉਹਨਾਂ ਨੇ ਗਿੱਠ ਨਾਪਣੇ ਆ ਵੀ ਤੁਸੀਂ ਕਿੰਨੇ ਲੰਬੇ ਲੰਬੇ ਆਨਸਰ ਲਿਖੇ ਹੈ। ਇਹਦੇ ਵਿੱਚ ਆਬਜੈਕਟਿਵ ਟਾਈਪ MCQ ਕੁਐਸਚਨ ਜਿਹੜੇ ਹੈ 150 ਆਣੇ ਹੈ, 150 ਹੀ ਮਿੰਟ ਤੁਹਾਨੂੰ ਮਿਲਨੇ ਹੈ। ਇੱਕ ਕੁਐਸਚਨ ਲਈ 1 ਮਿੰਟ ਮਿਲਣਾ ਹੈ। ਸਭ ਤੋਂ ਸੋਹਣੀ, ਸਭ ਤੋਂ ਖੂਬਸੂਰਤ ਗੱਲ, ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਤਾਂ ਤੁਸੀਂ ਮੈਨੂੰ ਦੱਸੋ ਕਿੰਨਾ ਕੁ ਔਖਾ ਹੈ ਇਹ ਪੇਪਰ? ਜਿਹੜੇ ਪੇਪਰ 'ਚ ਨੈਗੇਟਿਵ ਮਾਰਕਿੰਗ ਹੀ ਨਹੀਂ ਹੈ 1 ਪੈਸੇ ਦੀ, ਠੀਕ ਹੈ, ਤਾਂ ਉਹ ਪੇਪਰ ਔਖਾ ਕਿਵੇਂ ਹੋ ਸਕਦਾ? ਠੀਕ ਹੈ, ਤਾਂ ਇਹ ਪੇਪਰ ਬਿਲਕੁਲ ਵੀ ਔਖਾ ਨਹੀਂ ਹੈ। ਜੇ ਤੁਸੀਂ ਮੇਰੀ ਦੱਸੀ ਹੋਈ ਸਟ੍ਰੈਟਜੀ ਤੇ ਮੇਰੇ ਦੱਸੇ ਹੋਏ ਤਰੀਕੇ ਤੇ ਚੱਲਦੇ ਹੋ, ਤੁਸੀਂ ਆਰਾਮ ਨਾਲ 120 ਜਾਂ ਉਸ ਤੋਂ ਵੱਧ ਨੰਬਰ ਵੀ ਜਿਹੜੇ ਹੈ ਇਸ ਪੇਪਰ ਦੇ ਵਿੱਚ ਲੈ ਕੇ ਆ ਸਕਦੇ ਹੋ। ਤਾਂ ਰੂਲ ਨੰਬਰ 1 ਕੀ ਹੈ? ਪ੍ਰੀਵੀਅਸ ਈਅਰ ਕੁਐਸਚਨ ਨਾਲ ਜਿਹੜੇ ਹੈਗੇ ਆ ਪ੍ਰੈਕਟਿਸ ਕਰਦੇ ਜਾਓ। ਤੁਸੀਂ PS ਟੈਟ ਦੇ ਜਿਹੜੇ ਪੇਪਰ ਹੈ ਉਹ ਤੁਸੀਂ ਨੈਟ ਤੋਂ ਬਿਲਕੁਲ ਫ੍ਰੀ ਆਫ ਕਾਸਟ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਅੱਜ ਤੋਂ ਤਿਆਰੀ ਸ਼ੁਰੂ ਕਰ ਰਹੇ ਹੋ, ਠੀਕ ਹੈ, ਤਾਂ ਅੱਜ ਪਹਿਲਾ ਕੰਮ ਇਹੀ ਕਰਿਓ ਵੀ ਆਪਣੇ ਨੈਟ ਤੋਂ ਜਿਹੜਾ ਹੈ ਤੁਸੀਂ ਪ੍ਰੀਵੀਅਸ ਈਅਰ ਪੇਪਰ ਡਾਊਨਲੋਡ ਕਰਕੇ ਉਹਦੀ ਇੱਕ ਫਾਈਲ ਬਣਾ ਕੇ ਆਪਣੇ ਕੋਲ ਸੇਵ ਕਰਕੇ ਰੱਖ ਲਓ। ਠੀਕ ਹੈ, ਤੇ ਉਸ ਤੋਂ ਬਾਅਦ ਇੱਕ ਪੇਪਰ ਖੋਲੋ, ਅੰਨੇਵਾਹ ਖੋਲੋ। ਤੁਹਾਨੂੰ ਸਿਲੇਬਸ ਦਾ ਇੱਲ ਕੁੱਕੜ ਨਹੀਂ ਨਾ ਪਤਾ, ਸਿਲੇਬਸ ਦਾ ਇੱਲ ਕੁੱਕੜ ਵੀ ਨਹੀਂ ਪਤਾ, ਤੁਸੀਂ ਫੇਰ ਵੀ ਮੇਰੇ ਕਹੇ ਤੇ ਪੇਪਰ ਖੋਲੋ। ਲੇਟੈਸਟ ਪੇਪਰ ਮਾਰਚ 2023 ਵਾਲਾ ਖੋਲ ਲਓ, ਠੀਕ ਹੈ, ਚਾਹੇ ਪੇਪਰ 1 ਦੇ, ਜੇ ਤੁਸੀਂ 1 ਦੇਣਾ 1 ਖੋਲ ਲਓ, 2 ਦੇਣਾ 2 ਖੋਲ ਲਓ। ਸਬਜੈਕਟ ਤੁਹਾਨੂੰ ਤੁਹਾਡਾ ਪਤਾ ਹੋਣਾ, ਮੈਥ ਹੈ, ਸਾਇੰਸ ਹੈ, ਸੋਸ਼ਲ ਹੈ, ਕੀ ਸਬਜੈਕਟ ਹੈ। ਤੁਸੀਂ ਉਸ ਤੋਂ ਬਾਅਦ ਦਾ ਅੰਨੇਵਾਹ ਮੇਰੀ ਗੱਲ ਮੰਨ ਕੇ ਉਹ ਪੇਪਰ ਅਟੈਂਪਟ ਕਰਨਾ ਸ਼ੁਰੂ ਕਰ ਦਿਓ। ਤੁਸੀਂ ਕਹੋਗੇ ਵੀ ਮੈਡਮ ਤੁਹਾਡਾ ਦਿਮਾਗ ਖਰਾਬ ਹੋ ਗਿਆ, ਸਾਨੂੰ ਸਿਲੇਬਸ ਦਾ ਕੁਝ ਪਤਾ ਹੀ ਨਹੀਂ, ਅਸੀਂ ਦੇਖੋ ਮੈਂ ਤੁਹਾਨੂੰ ਗਰੰਟੀ ਨਾਲ ਇਹ ਗੱਲ ਕਹਿ ਸਕਦੀ ਹਾਂ ਵੀ ਪੇਪਰ ਸੋਲਵ ਕਰਨ ਤੋਂ ਬਾਅਦ ਤੁਹਾਨੂੰ ਇੰਨਾ ਜ਼ਰੂਰ ਆਈਡੀਆ ਹੋ ਜਾਏਗਾ ਵੀ ਕਿੱਥੇ ਕਿੱਥੇ ਤੁਸੀਂ ਵੀਕ ਹੋ, ਕਿਹੜੇ ਕਿਹੜੇ ਪਾਰਟ ਦੇ ਵਿੱਚ ਤੁਸੀਂ ਕਮਜ਼ੋਰ ਹੋ, ਠੀਕ ਹੈ, ਤੇ ਆਪਾਂ ਕਿੱਥੇ ਕਿੱਥੇ ਜਿਹੜਾ ਹੈ ਫੋਕਸ ਕਰਨਾ ਹੈ ਉਸ ਹਿਸਾਬ ਨਾਲ। ਠੀਕ ਹੈ, ਤਾਂ ਪ੍ਰੀਵੀਅਸ ਈਅਰ ਕੁਐਸਚਨ ਜ਼ਰੂਰ ਕਰਿਓ, ਜ਼ਰੂਰ ਕਰਿਓ। ਮੇਰੀ ਗੱਲ ਮੈਂ ਤੁਹਾਨੂੰ ਇੰਨੀ ਗਰੰਟੀ ਤੱਕ ਦਿੰਦੀ ਹਾਂ ਵੀ ਜਿਹਨੇ ਆਖਰੀ 10 ਸਾਲਾਂ ਦੇ ਪ੍ਰੀਵੀਅਸ ਈਅਰ ਪੇਪਰ ਲਾਏ ਹੋਏ ਹੈ, ਠੀਕ ਹੈ, ਉਹ ਬੱਚਾ ਇਹਦੇ ਵਿੱਚ 120 ਤੋਂ ਘੱਟ ਲੈ ਕੇ ਹੀ ਨਹੀਂ ਆ ਸਕਦਾ, 120 ਤੋਂ ਘੱਟ ਲੈ ਕੇ ਹੀ ਨਹੀਂ ਆ ਸਕਦਾ। ਤੇ ਜੇ ਤੁਸੀਂ ਹੋਰ ਵੀ ਪ੍ਰੈਕਟਿਸ ਕਰਨੇ, ਤੁਸੀਂ ਸੀਟੈਟ ਦੇ ਵੀ ਕਰ ਲਓ ਪ੍ਰੈਕਟਿਸ ਨਾਲ ਹੀ, ਠੀਕ ਹੈ। ਕਈਆਂ ਦਾ ਸੀਟੈਟ ਵੀ ਹੋਣਾ 15 ਦਸੰਬਰ ਨੂੰ, ਹੈ ਨਾ, ਕਿੰਨਿਆਂ ਦਾ ਇਹ ਸੀਟੈਟ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਠੀਕ ਹੈ। 15 ਦਸੰਬਰ ਨੂੰ ਤੁਸੀਂ ਸਾਰੇ ਜਾਣਦੇ ਹੋ ਸੀਟੈਟ ਵੀ ਆ ਰਿਹਾ, ਤਾਂ ਕਈਆਂ ਨੇ ਉਹ ਵੀ ਦੇਣਾ ਹੋਣਾ, ਕਈਆਂ ਨੇ ਕਿ ਮੋਸਟਲੀ ਲੋਕਾਂ ਨੇ ਦੇਣਾ ਹੋਣਾ। ਤਾਂ ਤੁਸੀਂ ਦੇਖੋ ਕੀ ਕਰੋ, ਇੱਕ ਇੰਟੀਗ੍ਰੇਟਿਡ ਅਪਰੋਚ ਲੈ ਕੇ ਚੱਲੋ। ਤੁਸੀਂ ਕਿਵੇਂ ਕਰਨਾ ਹੈ? ਤੁਸੀਂ ਆਪਣੇ PS ਟੈਟ ਨੂੰ ਤਾਂ ਦੇਖੋ ਪ੍ਰਾਇੋਰਟੀ ਤੇ ਰੱਖਣਾ, ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਜੋ ਹੈ, ਜੇ ਤੁਸੀਂ ਅਧਿਆਪਕ ਬਣਨਾ ਚਾਹੁੰਦੇ ਹੋ ਤਾਂ PS ਟੈਟ ਹੀ ਤੁਹਾਨੂੰ ਚਾਹੀਦਾ, ਠੀਕ ਹੈ, ਉਹ ਸੀਟੈਟ ਨਹੀਂ ਮੰਨਦੇ। ਤੇ ਤੁਸੀਂ ਜਿਹੜਾ ਹੈ ਆਪਣੇ PS ਟੈਟ ਦੇ ਪ੍ਰੀਵੀਅਸ ਈਅਰ ਕੁਐਸਚਨ ਬਿਨਾ ਕੁਝ ਦੇਖੇ, ਬਿਨਾ ਕੁਝ ਸੋਚੇ, ਚਾਹੇ ਤੁਹਾਨੂੰ ਸਿਲੇਬਸ 'ਚ ਕੁਝ ਆਂਦਾ ਨਹੀਂ ਆਂਦਾ, ਤੁਸੀਂ ਕਰਨਾ। ਦੇਖੋ ਅਸੀਂ ਛੋਟੇ ਸੀ, ਅਸੀਂ ਵੱਡੇ ਹੋਏ, ਅਸੀਂ ਸਕੂਲ ਦੀ ਪੜ੍ਹਾਈ ਕਰਕੇ ਆਏ ਹਾਂ, ਅਸੀਂ ਕਾਲਜ ਦੀ ਪੜ੍ਹਾਈ ਕਰਕੇ ਆਏ ਹਾਂ, ਫਿਰ ਅਸੀਂ B.Ed ਕਰੀ, ਫਿਰ ਕਈਆਂ ਨੇ ਤਾਂ ਮਾਸਟਰਸ ਵੀ ਕਰ ਲਈ ਹੋਣੀ। ਕੀ ਸਾਨੂੰ ਇੰਨਾ ਵੀ ਨਹੀਂ ਆਂਦਾ ਵੀ ਅਸੀਂ ਇੰਨਾ ਆਸਾਨ ਪੇਪਰ ਜਿਹੜਾ ਹੈ ਉਹਦੇ ਵਿੱਚੋਂ ਕੁਝ ਵੀ ਨਹੀਂ ਕਰਾਂਗੇ? ਦੇਖੋ ਤੁਸੀਂ ਸਾਰੇ ਬਹੁਤ ਹੁਸ਼ਿਆਰ ਹੋ, ਬਹੁਤ ਹੁਸ਼ਿਆਰ ਹੋ, ਬਸ ਤੁਹਾਨੂੰ ਸਾਰਿਆਂ ਨੂੰ ਆਪਣੇ ਉੱਪਰ ਭਰੋਸਾ ਨਹੀਂ ਹੈ। ਤੁਹਾਨੂੰ ਲੱਗਦਾ ਵੀ ਅਸੀਂ ਪਹਿਲਾਂ ਸਿਲੇਬਸ ਕਰਾਂਗੇ, ਪੂਰੇ ਗ੍ਰੰਥ ਪੜਾਂਗੇ, ਇਧਰੋਂ ਉਧਰੋਂ ਕਿਤਾਬਾਂ ਪੁੱਛਾਂਗੇ, ਮੋਟੀਆਂ ਕਿਤਾਬਾਂ ਖਰੀਦ ਕੇ ਲਿਆ ਕੇ ਰੱਖ ਲਾਂਗੇ, ਤੇ ਫਿਰ ਅੰਤ 'ਚ ਕੀ ਹੋਏਗਾ? ਸਾਡਾ ਪੇਪਰ ਕਲੀਅਰ ਨਹੀਂ ਹੋਏਗਾ, ਫਿਰ ਅਸੀਂ ਬੈਠ ਕੇ ਜੋ ਹੈ ਰੋਵਾਂਗੇ। ਤਾਂ ਇਹ ਸਟ੍ਰੈਟਜੀ ਨੂੰ ਫੋਲੋ ਕਰੋ, ਸਮਾਰਟ ਵਰਕ ਕਰੋ, ਹਾਰਡ ਵਰਕ ਨਾ ਕਰੋ। ਦਿਨ ਦੇ ਵਿੱਚ 2 ਘੰਟੇ ਤੁਸੀਂ ਇਹ ਮੰਨ ਕੇ ਚੱਲੋ ਵੀ ਮੈਂ ਪ੍ਰੀਵੀਅਸ ਈਅਰ ਕੁਐਸਚਨ ਕਰਨੇ ਹੀ ਕਰਨੇ ਹੈ, ਠੀਕ ਹੈ, ਕਰਨੇ ਹੀ ਕਰਨੇ ਹੈ। ਤੇ 2 ਤੋਂ 3 ਘੰਟੇ ਮੈਂ ਆਪਣਾ ਨਾਰਮਲ ਸਿਲੇਬਸ ਫੋਲੋ ਕਰਨਾ, ਠੀਕ ਹੈ ਜੀ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਤੁਸੀਂ ਜਿਹੜੇ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ, PYQ ਨੂੰ ਜੋ ਹੈ ਘੋਟ ਕੇ ਤੁਸੀਂ ਪੀ ਜਾਓ। ਤੁਹਾਨੂੰ ਇੰਨਾ ਤੱਕ ਯਾਦ ਹੋਣਾ ਚਾਹੀਦਾ ਕੁਐਸਚਨ ਦੇਖ ਕੇ ਵੀ ਇਹ ਕੁਐਸਚਨ ਕਿਹੜੇ ਸਾਲ ਦੇ ਵਿੱਚ ਆਇਆ ਹੋਇਆ, ਕਿਹੜੇ ਪੇਪਰ 'ਚ ਆਇਆ ਹੋਇਆ, ਠੀਕ ਹੈ। ਜੇ ਆਪਾਂ ਗੱਲ ਕਰੀਏ ਜੀ ਕਾਮਨ ਸਬਜੈਕਟਸ ਦੀ, ਜਿਹੜੇ ਕਿ ਤੁਹਾਡੇ ਹੈਗੇ ਆ CDP, ਇੰਗਲਿਸ਼ ਤੇ ਪੰਜਾਬੀ, ਤੁਸੀਂ ਸਾਰੇ ਜਾਣਦੇ ਹੋ ਵੀ ਇਹ 3 ਸਬਜੈਕਟ ਜਿਹੜੇ ਹੈ ਤੁਹਾਡੇ ਕਾਮਨ ਸਬਜੈਕਟ ਹੈਗੇ ਆ, ਭਾਵੇਂ ਤੁਹਾਡਾ ਪੇਪਰ 1 ਹੈ, ਭਾਵੇਂ ਤੁਹਾਡਾ ਪੇਪਰ 2 ਹੈ। ਤਾਂ ਇਹਨਾਂ ਲਈ ਤਾਂ ਆਪਣੇ ਕੋਲ ਕੁਐਸਚਨ ਹੀ ਬਹੁਤ ਹੈ। ਚਾਹੇ ਤੁਸੀਂ ਪੇਪਰ 1 ਦੇ ਵੀ ਹੋ, ਤੁਸੀਂ ਪੇਪਰ 2 ਖੋਲੋ, ਉਹਦਾ CDP ਸੋਲਵ ਕਰੋ, ਉਹਦੀ ਇੰਗਲਿਸ਼ ਸੋਲਵ ਕਰੋ, ਉਹਦੀ ਪੰਜਾਬੀ ਸੋਲਵ ਕਰੋ। ਭਾਵੇਂ ਤੁਸੀਂ ਪੇਪਰ 2 ਦੇ ਹੋ, ਪੇਪਰ 1 ਵੀ ਖੋਲੋ, ਉਹਦੀ CDP ਸੋਲਵ ਕਰੋ, ਉਹਦੀ ਇੰਗਲਿਸ਼ ਸੋਲਵ ਕਰੋ, ਉਹਦੀ ਪੰਜਾਬੀ ਸੋਲਵ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਆਉਂਦੀ ਹੈ ਤੁਹਾਡੇ ਜਿਹੜੇ ਸਬਜੈਕਟ ਬਚਦੇ ਆ, ਹੈ ਨਾ। ਜੇ ਤੁਸੀਂ ਪੇਪਰ 1 ਚੋਂ ਤੁਹਾਨੂੰ EVS ਆਉਣੀ ਹੈ ਤੇ ਤੁਹਾਨੂੰ ਆਉਣੀ ਹੈ ਜੀ ਮੈਥ,
ਤੇ ਜੇ ਤੁਸੀਂ ਪੇਪਰ 2 ਦਿਓ ਤੁਹਾਨੂੰ ਪਤਾ ਹੋਏਗਾ ਤੁਹਾਡਾ ਕਿਹੜਾ ਸਬਜੈਕਟ ਹੈ ਨਾ, ਜਾਂ ਤਾਂ ਤੁਹਾਨੂੰ ਮੈਥ ਪਲੱਸ ਸਾਇੰਸ ਆਏਗੀ ਜਾਂ ਫਿਰ ਤੁਹਾਨੂੰ ਆਏਗੀ ਸੋਸ਼ਲ। ਠੀਕ ਹੈ, ਤਾਂ ਦੇਖੋ ਜੀ ਇਹ ਸਬਜੈਕਟ ਤਾਂ ਤੁਹਾਨੂੰ ਤੁਹਾਡਾ ਆਂਦਾ ਹੀ ਹੋਏਗਾ, ਤਾਂ ਹੀ ਤੁਸੀਂ ਅਧਿਆਪਕ ਬਣੋਗੇ। ਠੀਕ ਹੈ, ਇਹਦੇ ਵਿੱਚ ਕੁਝ ਨਹੀਂ ਕਰਨਾ, ਇਹ ਵੀ ਮੈਂ ਕਿੰਨੀ ਵਾਰ ਦੱਸ ਚੁੱਕੀ ਹਾਂ। ਪ੍ਰੀਵੀਅਸ ਈਅਰ ਪੇਪਰ ਤੁਸੀਂ ਪ੍ਰੈਕਟਿਸ ਕਰਨੇ, ਕਿਉਂਕਿ ਕਾਰਨ ਕੀ ਹੈ ਇਹਦਾ ਵੀ ਸੁਣ ਲਓ। ਠੀਕ ਹੈ, ਕਾਮਨ ਸਬਜੈਕਟਸ ਦਾ ਤਾਂ ਸੁਣ ਲਿਆ, ਇਹਦਾ ਵੀ ਸੁਣ ਲਓ ਵੀ ਇਹਨਾਂ ਦੇ ਵਿੱਚ ਪ੍ਰੀਵੀਅਸ ਈਅਰ ਕਿਉਂ ਜ਼ਰੂਰੀ ਹੈ। ਮੁੜ ਉਹੀ ਟੌਪਿਕਸ ਜੋ ਕੁਐਸਚਨ ਆਉਂਦੇ ਹੈ। ਜੇ ਤੁਸੀਂ ਸਿਲੇਬਸ ਦੇਖੋ ਤਾਂ ਸਿਲੇਬਸ ਸਾਇੰਸ ਮੈਥ ਦੀ ਜੇ ਮੈਂ ਗੱਲ ਕਰਾਂ, ਠੀਕ ਹੈ, ਐਗਜ਼ਾਮਪਲ ਜਾਂ ਸੋਸ਼ਲ ਦੀ ਗੱਲ ਕਰਾਂ, ਸਿਲੇਬਸ ਤੁਹਾਡਾ 10ਵੀਂ ਤੱਕ ਜਾਂਦਾ ਹੈ। ਹੁਣ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੀ ਕਿਤਾਬਾਂ ਪੜ੍ਹਨ ਦਾ ਤੁਹਾਡੇ ਕੋਲ ਟਾਈਮ ਨਹੀਂ ਹੈ। ਬਿਲਕੁਲ, ਜੇ ਮੰਨ ਕੇ ਚੱਲੋ ਮੇਰੀ ਗੱਲ, 1 ਮਹੀਨੇ ਦੇ ਵਿੱਚ ਜੇ ਤੁਸੀਂ NCERT ਵੀ ਪੜ੍ਹਨੀ ਸ਼ੁਰੂ ਕਰੋਗੇ ਤੁਹਾਨੂੰ ਮਹੀਨਾ ਦਾ NCERTੀਆਂ ਪੜ੍ਹਨ ਨੂੰ ਲੱਗ ਜਾਏਗਾ, ਜੇ ਤੁਸੀਂ ਦਿਨ ਦੇ ਸਿਰਫ 3-4 ਘੰਟੇ ਦੇ ਸਕਦੇ ਹੋ। ਜੇ ਤੁਸੀਂ ਦੇ ਸਕਦੇ ਹੋ ਜੀ 7 ਤੋਂ 8 ਘੰਟੇ, ਫਿਰ ਤੁਸੀਂ ਕਰ ਸਕਦੇ ਹੋ ਸਿਲੇਬਸ, ਫਿਰ ਨਹੀਂ ਮੈਂ ਤੁਹਾਨੂੰ ਰੋਕਦੀ। ਪਰ ਜੇ ਤੁਸੀਂ ਦਿਨ ਦੇ ਕੇਵਲ 3-4 ਘੰਟੇ ਦੇ ਸਕਦੇ ਹੋ ਤਾਂ ਤੁਹਾਡੇ ਲਈ ਬੁੱਕਸ ਪੜ੍ਹਨੀਆਂ ਇਸ ਟਾਈਮ ਤੇ ਪ੍ਰੈਕਟੀਕਲੀ ਜੋ ਹੈ ਪੋਸੀਬਲ ਹੀ ਨਹੀਂ ਹੈ। ਠੀਕ ਹੈ, ਤਾਂ ਉਹ ਚੀਜ਼ ਨਾ ਸੋਚੋ ਜੋ ਅਸੀਂ ਕਰ ਹੀ ਨਹੀਂ ਸਕਦੇ। ਠੀਕ ਹੈ, ਆਪਣਾ ਟਾਈਮ ਵੀ ਤੁਸੀਂ ਮੈਨੇਜ ਕਰਨਾ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਜੌਬਸ ਕਰਦੇ ਹੋਣਗੇ, ਕਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੌਕਰੀਆਂ ਕਰ ਰਹੇ ਹੋਣਗੇ। ਠੀਕ ਹੈ, ਤਾਂ ਉਹਨਾਂ ਕੋਲ ਇੰਨਾ ਸਮਾਂ ਥੋੜ੍ਹੀ ਹੈ, ਵੈਸੇ ਹੀ ਨੌਕਰੀਆਂ ਦਾ ਪ੍ਰੈਸ਼ਰ ਇੰਨਾ, ਤੁਹਾਡੇ ਕੋਲ ਇੰਨਾ ਸਮਾਂ ਹੈ ਹੀ ਨਹੀਂ ਵੀ ਤੁਸੀਂ ਜਿਹੜੇ ਇਹ ਕਿਤਾਬਾਂ ਬੈਠ ਕੇ ਪੜ੍ਹੋ। ਜਿਹੜੇ ਘਰੇ ਹੈ ਤਿਆਰੀ ਕਰ ਰਹੇ ਹੋ ਉਹ ਜ਼ਰੂਰ ਕਰਨ ਜੀ, ਉਹਨਾਂ ਨੂੰ ਅੱਗੇ ਵੀ ਫਿਰ ਇਹਦਾ ਬੈਨੀਫਿਟ ਹੋਏਗਾ। ਦੇਖੋ ਇਹਦੇ ਵਿੱਚ ਵੀ ਜ਼ਰੂਰੀ ਹੈ, ਤੁਹਾਨੂੰ ਪਤਾ ਹੈ ਮੈਥ ਸਾਇੰਸ ਹੋਵੇ ਸੋਸ਼ਲ ਹੋਵੇ, 10 ਕੁਐਸਚਨ ਤਾਂ ਪੈਡਾਗੋਜੀ ਦੇ ਆਣੇ ਹੀ ਆਣੇ ਹੈ। 10 ਤੋਂ ਲੈ ਕੇ 12 ਤੱਕ ਵੀ ਜਿਹੜੇ ਹੈ ਉਹ ਆ ਜਾਂਦੇ ਹੈ। ਪੈਡਾਗੋਜੀ ਸਿੱਖਿਆ ਸ਼ਾਸਤਰ ਜੋ ਕਿ ਤੁਹਾਡਾ CDP ਦਾ ਪਾਰਟ ਹੈ, ਉਹ ਤੁਹਾਨੂੰ ਸਬਜੈਕਟ ਸਪੈਸੀਫਿਕ ਵੀ ਆਣੀ ਹੈ, EVS ਤੇ ਮੈਥ ਦੇ ਵਿੱਚ ਵੀ ਜਿਹੜੀ ਹੈ ਆਉਣੀ ਹੈ। ਤਾਂ ਤੁਸੀਂ ਦੇਖੋ ਵੀ ਤੁਹਾਡਾ ਕੱਲਾ CDP ਪ੍ਰੈਕਟਿਸ ਕਰਨ ਨਾਲ, CDP ਕਰਨ ਨਾਲ ਤੁਹਾਡੇ ਇਹ ਜਿਹੜੇ ਇਹਨਾਂ ਦੇ ਵਿੱਚ ਵੀ 10-10 ਨੰਬਰ, ਯਾਨੀ ਕਿ 10 ਨੰਬਰ ਇੱਥੇ ਹੋ ਗਏ। ਠੀਕ ਹੈ, ਤੇ 10 ਮਤਲਬ ਮੈਥ ਦੀ, ਸਾਇੰਸ ਦੇ 10 ਕੁਐਸਚਨ, ਸੋਸ਼ਲ ਦੇ ਘੱਟੋ ਘੱਟ ਨਹੀਂ ਤਾਂ 20 ਕੁਐਸਚਨ ਪੈਡਾਗੋਜੀ ਦੇ। ਠੀਕ ਹੈ, ਤਾਂ ਤੁਸੀਂ ਦੇਖ ਲਓ ਵੀ 20 ਨੰਬਰ ਤਾਂ ਇੱਥੋਂ ਵੀ ਹੁੰਦੇ ਆ, ਪਲੱਸ 30 ਨੰਬਰ ਇੱਥੇ ਹੁੰਦੇ ਆ ਕੱਲੇ ਇੱਕ ਸਬਜੈਕਟ ਨਾਲ। ਠੀਕ ਹੈ, ਤਾਂ ਆਪਾਂ ਨਾ ਜੀ ਸਮਾਰਟ ਵਰਕ ਕਰਨਾ ਹੈ। ਆਪਾਂ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਸੋਲਵ ਕਰਨੇ ਆ CDP ਦੇ। ਇਹਦੇ ਲਈ ਤਾਂ ਤੁਹਾਡੇ ਸੋਰਸ ਹੋਣੇ ਚਾਹੀਦੇ ਆ ਜੀ ਪੇਪਰ 1 ਪ੍ਰੀਵੀਅਸ ਈਅਰ ਤੇ ਪੇਪਰ 2, ਦੋਹੇ ਤੁਹਾਡੇ ਸੋਰਸ ਹੋਣੇ ਚਾਹੀਦੇ ਆ। ਠੀਕ ਹੈ, ਕਿਉਂਕਿ ਇਹ ਕਾਮਨ ਸਬਜੈਕਟ ਹੈ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਨੀ ਹੈ ਸਬਜੈਕਟ ਦੀ ਪੈਡਾਗੋਜੀ ਦੇ ਕੁਐਸਚਨ ਪ੍ਰੈਕਟਿਸ ਕਰਨ ਦਾ ਸੋਰਸ ਵੀ ਸਿਰਫ ਔਰ ਸਿਰਫ ਪ੍ਰੀਵੀਅਸ ਈਅਰ ਹੈ। ਤੇ ਜਦੋਂ ਤੁਸੀਂ ਪ੍ਰੀਵੀਅਸ ਈਅਰ ਸੋਲਵ ਕਰੋਗੇ ਉਹਦੇ ਵਿੱਚ ਜਿਹੜੇ ਟੌਪਿਕ ਕੰਟੈਂਟ ਦੇ ਵੀ ਆਏ ਹੋਏ ਆ, ਜਿਹੜੇ ਤੁਹਾਡੇ ਸਬਜੈਕਟ ਦੇ ਨਾਲ ਜੁੜੇ ਹੋਏ ਕੁਐਸਚਨ ਪੁੱਛੇ ਹੋਏ ਆ, ਉਹ ਵੀ ਮੁੜ ਕੇ ਜਿਹੜੇ ਹੈ ਰਿਪੀਟ ਹੁੰਦੇ ਆ। ਮੈਨੂੰ ਆਪਣਾ ਮੈਥ ਸਾਇੰਸ ਦਾ ਪਤਾ ਹੈ। ਠੀਕ ਹੈ, ਉਹੀ ਫੂਡ ਨਿਊਟ੍ਰੀਸ਼ਨ, ਉਹੀ ਚੀਜ਼ਾਂ ਜਿਹੜੀਆਂ ਹੈ ਮੁੜ ਕੇ ਦੁਬਾਰਾ ਪੁੱਛੀ ਜਾਂਦੇ ਆ ਕਿਸੀਆਂ ਪਿੱਟੀਆਂ। ਠੀਕ ਹੈ, ਤਾਂ ਕੁਝ ਵੀ ਨਵਾਂ ਨਹੀਂ ਪੁੱਛਿਆ ਜਾਂਦਾ, ਤਾਂ ਤੁਸੀਂ ਪ੍ਰੀਵੀਅਸ ਈਅਰ ਤੇ ਅੱਖ ਬੰਦ ਕਰਕੇ ਭਰੋਸਾ ਕਰ ਸਕਦੇ ਹੋ। ਠੀਕ ਹੈ, ਤੇ ਇਹਨਾਂ ਨੂੰ ਪ੍ਰੈਕਟਿਸ ਕਰੀ ਚੱਲੋ ਬਸ। ਠੀਕ ਹੈ, ਇਹ ਅੱਜ ਤੁਸੀਂ ਰਾਮਬਾਣ ਲੈ ਕੇ ਜਾਣਾ ਹੈ ਵੀ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਹੈ ਪ੍ਰੈਕਟਿਸ ਕਰਨੇ ਹੈ ਔਰ ਅੱਜ ਤੋਂ ਹੀ ਕਰਨੇ ਹੈ। ਜਿਸ ਦਿਨ ਵੀ ਸਾਡੀ ਤਿਆਰੀ ਦਾ ਡੇ 1 ਹੋਏਗਾ ਉਸੇ ਦਿਨ ਤੋਂ ਅਸੀਂ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਹੈ ਪ੍ਰੈਕਟਿਸ ਕਰਨੇ ਹੈ। ਠੀਕ ਹੈ, ਫਿਰ ਗੱਲ ਆਉਂਦੀ ਹੈ ਜੀ ਇੰਗਲਿਸ਼ ਪੰਜਾਬੀ ਦੀ। ਹੁਣ ਇੰਗਲਿਸ਼ ਪੰਜਾਬੀ ਦਾ ਜੀ ਸਿਲੇਬਸ ਹੀ ਸਮੁੰਦਰ ਹੈ। ਕੰਪਰੀਹੈਂਸ਼ਨ, ਪੋਇਮ, ਤੁਹਾਨੂੰ ਕੀ ਪਤਾ ਕਿੱਥੋਂ ਆ ਜੇ, ਕਿਹੜੀ ਕਵਿਤਾ ਆ ਜੇ, ਕਿਹੜਾ ਜਿਹੜਾ ਹੈ ਪੈਰਾ ਆ ਜੇ, ਆਪਾਂ ਨੂੰ ਕੀ ਪਤਾ ਕਿੰਨੇ ਆ ਉਹਦਾ, ਕਿੰਨੇ ਕੁ ਤੁਸੀਂ ਪ੍ਰੈਕਟਿਸ ਕਰ ਲਓਗੇ। ਠੀਕ ਹੈ, ਤਾਂ ਗੱਲ ਸਿਰਫ ਇਹ ਹੈ, ਇਹਨਾਂ ਲਈ ਤਾਂ ਸਪੈਸ਼ਲੀ ਇੰਗਲਿਸ਼ ਦੀ ਜੇ ਮੈਂ ਗੱਲ ਕਰਾਂ ਤੇ ਪੰਜਾਬੀ ਦੀ ਜੇ ਮੈਂ ਗੱਲ ਕਰਾਂ, ਖਾਸ ਤੌਰ ਤੇ ਇਹਨਾਂ ਲਈ ਤਾਂ ਸਿਰਫ ਔਰ ਸਿਰਫ ਪ੍ਰੀਵੀਅਸ ਈਅਰ ਕੁਐਸਚਨ ਹੀ ਕਰਨੇ ਹੈ। ਹੋਰ ਕੁਛ ਨਹੀਂ ਕਰਨਾ, ਕੋਈ ਕਿਤਾਬ ਨਹੀਂ ਕਰਨੀ, ਕੁਛ ਨਹੀਂ ਕਰਨੀ, ਸਿਰਫ ਔਰ ਸਿਰਫ ਪ੍ਰੀਵੀਅਸ ਈਅਰ ਕੁਐਸਚਨ ਹੀ ਕਰਨੇ ਹੈ। ਇਹਨਾਂ ਦੇ ਵਿੱਚ ਵੀ ਪੈਡਾਗੋਜੀ ਪੁੱਛੀ ਜਾਂਦੀ ਹੈ, ਉਹ ਪੈਡਾਗੋਜੀ ਜਿਹੜੀ ਹੈ ਤੁਹਾਡੀ ਇਧਰੋਂ ਹੀ ਨਿਕਲ ਕੇ ਆਣੀ ਹੈ। ਸਾਰੇ ਕਨਸੈਪਟ ਜਿਹੜੇ ਪੈਡਾਗੋਜੀ ਦੇ ਤੁਹਾਡੇ ਨਿਕਲ ਕੇ ਆਣੇ ਹੈ ਉਹ ਇਧਰੋਂ ਹੀ ਨਿਕਲ ਕੇ ਆਣੇ ਹੈ। ਤਾਂ ਤੁਸੀਂ ਦੇਖ ਰਹੇ ਹੋ ਕੱਲਾ CDP ਕਿੰਨਾ ਜ਼ਰੂਰੀ ਜਿਹੜਾ ਹੈ ਸਬਜੈਕਟ ਹੈ ਤੁਹਾਡੇ ਲਈ। ਠੀਕ ਹੈ, ਤੇ CDP ਸਟਰੋਂਗ ਕਿਵੇਂ ਹੋਏਗਾ? ਟੌਪਿਕ ਤਾਂ ਤੁਸੀਂ ਪੜ੍ਹ ਲਿਆ, ਪਰ ਉਹ ਟੌਪਿਕ 'ਚੋਂ ਕੁਐਸਚਨ ਕਿਸ ਤਰੀਕੇ ਦੇ ਪੁੱਛੇ ਜਾਂਦੇ ਆ ਉਹ ਤੁਹਾਨੂੰ ਸਿਰਫ ਔਰ ਸਿਰਫ ਕਿੱਧਰੋਂ ਪਤਾ ਲੱਗेंगे? ਪ੍ਰੀਵੀਅਸ ਈਅਰ ਕੁਐਸਚਨਸ ਤੋਂ ਪਤਾ ਲੱਗेंगे। ਉਸ ਤੋਂ ਬਾਅਦ ਜੀ ਦੂਸਰੇ ਨੰਬਰ ਤੇ ਤੁਸੀਂ ਦੇਣੇ ਆ ਮੌਕ ਟੈਸਟ। ਠੀਕ ਹੈ, ਹੁਣ ਮੌਕ ਟੈਸਟ ਦੇਖੋ ਕਈ ਤਾਂ ਜਿਹੜੇ ਹੈਗੇ ਆ ਪੇਡ ਦੇਣਗੇ, ਅਸੀਂ ਵੀ ਉਰੇ ਪੇਡ ਕਰਾਉਂਦੇ ਆ। ਠੀਕ ਹੈ, ਤੁਸੀਂ ਉਹ ਵੀ ਮੌਕ ਟੈਸਟ ਸੀਰੀਜ਼ ਲੈ ਸਕਦੇ ਹੋ। ਪਰ ਜਿਹੜੇ ਲੋਕ 1 ਰੁਪਿਆ ਵੀ ਨਹੀਂ ਖਰਚਣਾ ਚਾਹੁੰਦੇ, ਠੀਕ ਹੈ, ਮੌਕ ਟੈਸਟ ਦਾ ਕੀ ਤਰੀਕਾ ਹੈ? ਸਿੱਧੇ ਤੋਂ ਸਿੱਧਾ ਆਪਣੇ CTET ਦੇ ਪੇਪਰ ਕੱਢੋ, ਆਪਣੇ PSTET ਦੇ ਪੇਪਰ ਕੱਢੋ। ਠੀਕ ਹੈ,
ਕਮਰਾ ਬੰਦ ਕਰਕੇ ਆਪਣਾ ਟਾਈਮਰ ਲਾ ਕੇ 2.5 ਘੰਟੇ ਦਾ 150 ਮਿੰਟ ਦਾ ਪੂਰਾ ਪੇਪਰ ਸੋਲਵ ਕਰੋ। ਠੀਕ ਹੈ, ਪੂਰਾ ਪੇਪਰ ਜਿਹੜਾ ਹੈਗਾ ਉਹਨੂੰ ਸੋਲਵ ਕਰੋ। ਇਸ ਤੋਂ ਉੱਪਰ ਹੋਰ ਕੋਈ ਤਰੀਕਾ ਨਹੀਂ ਹੈ ਮੌਕ ਟੈਸਟ ਕਰਨ ਦਾ। ਠੀਕ ਹੈ, ਮੌਕ ਟੈਸਟ ਕਰਨ ਨਾਲ ਤੁਹਾਨੂੰ ਕੀ ਆਏਗੀ, ਤੁਹਾਨੂੰ ਆਏਗੀ ਜੀ ਫੀਲ। ਕਿਹੜੀ ਵਾਲੀ ਫੀਲ ਆਏਗੀ, ਤੁਹਾਨੂੰ ਫੀਲ ਆਏਗੀ ਕਿ ਜਿਵੇਂ ਤੁਸੀਂ ਬੈਠੇ ਹੋਏ ਹੋ ਐਗਜ਼ਾਮ ਦੇਣ। ਤੇ ਮੇਰੀ ਗੱਲ ਮੰਨੋ, ਜੇ ਤੁਹਾਨੂੰ ਇਹ ਫੀਲ ਲੈਣ ਦੀ ਆਦਤ ਪੈ ਗਈ ਨਾ ਡੇਲੀ, ਐਗਜ਼ਾਮ ਵਾਲੀ ਫੀਲ ਲੈਣ ਦੀ ਆਦਤ ਡੇਲੀ ਪੈ ਗਈ ਘਰੇ ਬਹਿ ਕੇ, ਠੀਕ ਹੈ, ਕਮਰਾ ਬੰਦ ਕਰਕੇ ਤੁਸੀਂ ਆਪਣੇ ਘਰ ਨੂੰ ਐਗਜ਼ਾਮੀਨੇਸ਼ਨ ਸੈਂਟਰ ਦੀ ਤਰ੍ਹਾਂ ਜੇ ਟਰੀਟ ਕਰੋ ਵੀ ਹੁਣ ਇਹ 2.5 ਘੰਟੇ ਦੇ ਵਿੱਚ ਮੈਂ ਕੋਈ ਫੋਨ ਨਹੀਂ ਯੂਜ਼ ਕਰਨਾ, ਮੈਂ ਕੋਈ ਕਿਤਾਬ ਨੂੰ ਨਹੀਂ ਹੱਥ ਲਾਣਾ, ਕੋਈ ਨੋਟਸ ਨੂੰ ਨਹੀਂ ਹੱਥ ਲਾਣਾ, ਸਿਰਫ ਔਰ ਸਿਰਫ ਪੇਪਰ ਦੇਖਣਾ ਜਿਵੇਂ ਇਹੀ ਮੇਰਾ ਪੇਪਰ ਹੈ। ਤਾਂ ਤੁਸੀਂ ਮੇਰੀ ਗੱਲ ਮੰਨੋ, ਜਿਹੜਾ ਤੁਹਾਡਾ ਉਸ ਦਿਨ ਪੇਪਰ ਹੋਣਾ ਨਾ, ਜਜਮੈਂਟ ਡੇ ਵਾਲੇ ਦਿਨ 1 ਦਸੰਬਰ ਨੂੰ, ਉਹ ਪੇਪਰ ਵੀ ਤੁਹਾਡਾ ਇੱਕ ਮੌਕ ਟੈਸਟ ਦੇ ਵਾਂਗ ਹੀ ਨਿਕਲ ਜਾਣਾ। ਠੀਕ ਹੈ, ਤੁਹਾਨੂੰ ਲੱਗੂਗਾ ਹੀ ਨਹੀਂ ਮੈਂ ਪੇਪਰ ਦਿੱਤਾ। ਤਾਂ ਇਹ ਪ੍ਰੈਕਟਿਸ ਬਹੁਤ ਜ਼ਿਆਦਾ ਜਿਹੜੀ ਹੈ ਜ਼ਰੂਰੀ ਹੈ। ਤਾਂ ਤੁਸੀਂ ਦੇਖ ਰਹੇ ਹੋ ਮੈਂ ਸਿਰਫ ਇੱਕ ਚੀਜ਼ ਤੇ ਬਾਰ-ਬਾਰ ਫੋਕਸ ਕਰ ਰਹੀ ਹਾਂ, ਉਹ ਹੈਗੀ ਹੈ ਜੀ ਪ੍ਰੈਕਟਿਸ। ਠੀਕ ਹੈ, ਸਿਰਫ ਔਰ ਸਿਰਫ ਪ੍ਰੈਕਟਿਸ ਤੁਸੀਂ ਜਿਹੜੀ ਹੈ ਇੰਨੀ ਜ਼ਿਆਦਾ ਕਰਨੀ ਹੈ ਵੀ ਤੁਹਾਡਾ ਕੋਈ ਕਨਸੈਪਟ ਜਿਹੜਾ ਹੈ ਨਹੀਂ ਛੁੱਟੇਗਾ। ਇਹ ਕਿਵੇਂ ਹੋਏਗਾ, ਤੁਸੀਂ ਪ੍ਰੀਵੀਅਸ ਈਅਰ 10 ਸਾਲ ਦੇ ਦੇਖੋ, 2011 ਤੋਂ ਪੀਐਸਟੈਟ ਕਰਾਇਆ ਜਾ ਰਿਹਾ, 2011 ਔਨਵਰਡਸ ਤੋਂ ਹੀ ਪੇਪਰ ਜਿਹੜੇ ਹੈ ਤੁਹਾਨੂੰ ਨੈਟ ਤੇ ਅਵੇਲੇਬਲ ਹੈ। ਤੁਸੀਂ ਉਹਨਾਂ ਪੇਪਰਾਂ ਨੂੰ ਸੋਲਵ ਕਰੋ। ਠੀਕ ਹੈ, ਤੁਸੀਂ ਉਹਨਾਂ ਨੂੰ ਸੋਲਵ ਕਰੋਗੇ, ਪਿਛਲੇ ਜਿਹੜੇ ਪੁਰਾਣੇ ਪੇਪਰ ਹੈ ਉਹਨਾਂ ਦੇ ਵਿੱਚ ਫਿਰ ਵੀ ਤੁਹਾਨੂੰ ਥੋੜੇ ਟਫ ਕਨਸੈਪਟਸ ਮਿਲ ਜਾਣਗੇ। ਪੁਰਾਣੇ ਪੇਪਰ ਕਰਨ ਨਾਲ ਤੁਹਾਡੇ ਥੋੜੇ ਹਾਈ ਲੈਵਲ ਦੇ ਕਨਸੈਪਟ ਤਿਆਰ ਹੋ ਜਾਣਗੇ, ਤੇ ਜਿਹੜੇ ਨਵੇਂ ਪੇਪਰ ਹੈ ਉਹ ਥੋੜੇ ਆਸਾਨ ਆ ਰਹੇ ਹੈ। ਠੀਕ ਹੈ, ਥੋੜੇ ਜਿਹੜੇ ਹੈ ਐਪਲੀਕੇਸ਼ਨ ਬੇਸਡ ਆ ਰਹੇ ਹੈ। ਠੀਕ ਹੈ, ਵਰਤੋਂ ਕੀ ਕਿਵੇਂ ਤੁਸੀਂ ਉਪਯੋਗ ਕਰੋਗੇ ਚੀਜ਼ਾਂ ਦਾ ਆਪਣੀ ਕਲਾਸਰੂਮ ਦੇ ਵਿੱਚ, ਉਹਨਾਂ ਦੇ ਉੱਪਰ ਬੇਸਡ ਜ਼ਿਆਦਾ ਕੁਐਸਚਨ ਆ ਰਹੇ ਹੈ। ਤਾਂ ਨਵੇਂ ਪੇਪਰਾਂ ਦੇ ਵਿੱਚ ਤੁਹਾਨੂੰ ਜਿਹੜੀ ਹੈ ਲੌਜੀਕਲ ਕੁਐਸਚਨਸ ਦੀ ਜਿਹੜੀ ਹੈ ਉਹ ਪ੍ਰੈਕਟਿਸ ਮਿਲ ਜਾਏਗੀ। ਤਾਂ ਦੇਖੋ ਪ੍ਰੈਕਟਿਸ ਕਰਨਾ ਕੀ ਹੈ ਸਭ ਤੋਂ ਜ਼ਿਆਦਾ ਜਿਹੜਾ ਹੈ ਜ਼ਰੂਰੀ ਹੈ। ਤੇ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਇੱਕ ਟਾਈਮ ਟੇਬਲ ਵੀ ਦੱਸਿਆ ਸੀਗਾ ਵੀ ਜੇ ਤੁਸੀਂ ਦਿਨ ਦੇ 6 ਤੋਂ 7 ਘੰਟੇ ਲਗਾ ਸਕਦੇ ਹੋ ਤਾਂ ਤੁਹਾਡਾ ਥਿਊਰੀ ਨਾਲ ਤੁਸੀਂ ਡਿਟੇਲ ਟਾਈਮ ਟੇਬਲ ਕਿਵੇਂ ਕਰ ਸਕਦੇ ਹੋ। ਉਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਕੋਲ ਸਮਾਂ ਹੈਗਾ। ਇਹ ਵੀਡੀਓ ਸਪੈਸੀਫਿਕਲੀ ਮੈਂ ਗੱਲ ਕਰ ਰਹੀ ਹਾਂ ਜੇ ਤੁਸੀਂ ਸਮਾਰਟ ਵਰਕ ਕਰਨਾ ਹੈ। ਜੇ ਤੁਹਾਡੇ ਕੋਲ ਦੇਖੋ ਸਮਾਂ ਵੀ ਹੈ, ਠੀਕ ਹੈ, ਜੇ ਤੁਸੀਂ ਫੁੱਲ ਟਾਈਮ ਘਰੇ ਹੀ ਬੈਠ ਕੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤਾਂ 6-7 ਘੰਟੇ ਐਵੇਂ ਦੇ ਪੇਪਰ ਤੇ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਜਿਹੜਾ ਸਿਰਫ ਕੁਆਲੀਫਾਈਂਗ ਹੈ। ਇਹਦੇ ਵਿੱਚ ਤੁਹਾਡੀ ਕੋਈ ਮੈਰਿਟ ਨਹੀਂ ਬਣ ਰਹੀ। ਇਹਦੇ ਵਿੱਚ ਤੁਹਾਨੂੰ 90+ ਨੰਬਰ ਚਾਹੀਦੇ ਹੈ ਜੀ ਜਰਨਲ ਕੈਟੇਗਰੀ ਨੂੰ, 82+ ਨੰਬਰ ਚਾਹੀਦੇ ਹੈ ਜੀ ਤੁਹਾਡਾ ਰਿਜ਼ਰਵਡ ਕੈਟੇਗਰੀ ਨੂੰ। ਠੀਕ ਹੈ, ਤਾਂ ਐਵੇਂ ਦੇ ਪੇਪਰ ਦੇ ਵਿੱਚ ਜਿਹੜਾ ਹੈ ਆਪਣੀ ਮਿਹਨਤ ਜਿਹੜੀ ਹੈ, ਆਪਣਾ ਸਮਾਂ ਜਿਹੜਾ ਹੈ ਆਪਣੇ ਸਬਜੈਕਟ ਲਈ, ਜਿਹੜਾ ਤੁਹਾਡਾ ਮਾਸਟਰ ਕੈਡਰ ਦੇ ਵਿੱਚ ETT ਦੇ ਵਿੱਚ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾਣਾ ਉਹਦੇ ਲਈ ਬਚਾਓ, ਨਾਲ ਉਹਦੀ ਤਿਆਰੀ ਕਰੋ। ਕੀ ਪਤਾ ਲੱਗੇ ਅਗਲੇ ਸਾਲ 'ਚ ਹੀ ਪੋਸਟਾਂ ਨਿਕਲ ਆਉਣ, ਹੈ ਨਾ, ਤਾਂ ਤੁਹਾਡੀ ਉਹ ਤਿਆਰੀ ਵੀ ਨਾਲ ਜਿਹੜੀ ਹੈ ਚੱਲਦੀ ਰਹਿਣੀ ਚਾਹੀਦੀ ਹੈ। ਤਾਂ ਇਹ ਜਿਹੜਾ ਪੇਪਰ ਹੈ ਜੀ ਇਹਦੇ ਵਿੱਚ ਜੇ ਤੁਸੀਂ, ਹੁਣ ਮੈਂ ਤੁਹਾਨੂੰ ਬਸ ਸਿੱਟਾ ਦੱਸ ਰਹੀ ਹਾਂ, ਬਾਰ-ਬਾਰ ਮੈਂ ਇਹੀ ਚੀਜ਼ ਬੋਲ ਰਹੀ ਹਾਂ। ਸਿੱਟਾ ਕੀ ਹੈ ਇਸ ਵੀਡੀਓ ਦਾ, ਉਹ ਇਹ ਹੈ ਵੀ ਜੇ ਤੁਸੀਂ ਪਿਛਲੇ 10 ਸਾਲ ਦੇ ਪੇਪਰ ਪ੍ਰੈਕਟਿਸ ਕਰ ਲਏ, ਤੁਹਾਡੇ 120 ਨੰਬਰ ਕੋਈ ਨਹੀਂ ਰੋਕ ਸਕਦਾ ਇਸ ਸਬਜੈਕਟ ਦੇ ਵਿੱਚ, ਸੌਰੀ ਇਸ ਪੇਪਰ ਦੇ ਵਿੱਚ 120 ਨੰਬਰ ਕੋਈ ਵੀ ਨਹੀਂ ਰੋਕ ਸਕਦਾ, ਰੱਬ ਵੀ ਥੱਲੇ ਆ ਕੇ ਨਹੀਂ ਰੋਕ ਸਕਦਾ। ਤਾਂ ਤੁਸੀਂ ਜਿਹੜਾ ਹੈ 120 ਨੰਬਰ ਜੇ ਟਾਰਗੇਟ ਕਰ ਰਹੇ ਹੋ ਜਾਂ ਜੇ ਤੁਸੀਂ ਇਹ ਪੇਪਰ ਨੂੰ ਕਲੀਅਰ ਕਰਨ ਦਾ ਵੀ ਟਾਰਗੇਟ ਕਰਦੇ ਹੋ ਸਿਰਫ, ਤਾਂ ਤੁਹਾਡੇ ਲਈ ਜ਼ਰੂਰੀ ਹੈ ਜੀ ਸਿਰਫ ਔਰ ਸਿਰਫ ਪ੍ਰੀਵੀਅਸ ਈਅਰ ਪੇਪਰ। ਠੀਕ ਹੈ, ਸਿਰਫ ਔਰ ਸਿਰਫ ਜਿਹੜੇ ਹੈ ਪ੍ਰੀਵੀਅਸ ਈਅਰ ਪੇਪਰ। ਤਾਂ ਦੇਖੋ ਹੁਣ ਜਾਗ ਜੋ, ਮਹੀਨਾ ਰਹਿ ਚੁੱਕਿਆ, ਰੋਜ਼ ਇੱਕ ਪੇਪਰ ਚੱਕੋ, ਪ੍ਰੈਕਟਿਸ ਕਰੋ। ਜਿਹੜੇ ਕਨਸੈਪਟ ਵੀਕ ਹੈ ਉਹ ਕਨਸੈਪਟ ਪੜ੍ਹੋ। ਠੀਕ ਹੈ, CDP ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਇੱਥੇ ਮੈਂ ਪੜ੍ਹਾਉਂਦੀ ਹਾਂ, ਮੇਰੀ ਵੀਡੀਓਜ਼ ਆ ਰਹੀਆਂ ਨੇ, ਕਨਸੈਪਟ ਵਾਈਜ਼ ਵੀਡੀਓ ਆ ਰਹੀਆਂ ਨੇ ਜਿਹੜੀਆਂ ਆਲਰੇਡੀ ਬਣ ਚੁੱਕੀਆਂ, ਤੁਸੀਂ ਉਹ ਸਾਡੀ ਪਲੇਲਿਸਟ ਦੇ ਵਿੱਚ ਜਾ ਕੇ ਵੀ ਦੇਖ ਸਕਦੇ ਹੋ। ਬਾਕੀ ਜਿਹੜੀ ਹੈ ਹੋਰ ਵੀ ਸਬਜੈਕਟਾਂ ਦੀ ਤਿਆਰੀ ਉਰੇ ਕਰਾਈ ਜਾ ਰਹੀ ਹੈ, ਤਾਂ ਤੁਸੀਂ ਕਨਸੈਪਟ ਲਈ ਉਹਨਾਂ ਵੀਡੀਓਜ਼ ਨੂੰ ਰੈਫਰ ਕਰ ਸਕਦੇ ਹੋ। ਠੀਕ ਹੈ, ਤੇ ਜੇ ਮੈਂ ਗੱਲ ਕਰਾਂ ਵੀ ਦੇਖੋ ਦੂਜੇ ਦੇ ਭਰੋਸੇ ਬੈਠਣ ਨਾਲ ਕੁਝ ਨਹੀਂ ਹੁੰਦਾ। ਠੀਕ ਹੈ, ਦੂਜੇ ਦੇ ਭਰੋਸੇ ਜੇ ਤੁਸੀਂ ਬੈਠੇ ਰਹੋਗੇ ਤਾਂ ਕੁਝ ਨਹੀਂ ਹੋਏਗਾ। ਅਸੀਂ ਤਾਂ ਇੱਥੇ ਆਪਣਾ ਕਨਸੈਪਟ ਚਲਾਵਾਂਗੇ, ਵੀਡੀਓਜ਼ ਚਲਾਵਾਂਗੇ, ਨਾਲ ਚਲਾਵਾਂਗੇ। ਠੀਕ ਹੈ, ਤੁਸੀਂ ਜਿਹੜਾ ਹੈ ਉਹ ਵੀਡੀਓਜ਼ ਨਾਲ ਦੇਖੀ ਜਾ ਸਕਦੇ ਹੋ, ਪਰ ਤੁਸੀਂ ਆਪ ਕੀ ਕਰਨਾ ਹੈ। ਪੇਪਰ ਦੇ ਤੁਹਾਡਾ ਹੈ ਨਾ, ਤੁਹਾਡਾ ਪੇਪਰ ਮੈਂ ਨਹੀਂ ਦੇਣ ਜਾਣਾ, ਤੁਹਾਡੇ ਮਾਪਿਓ ਨੇ ਨਹੀਂ ਦੇਣ ਜਾਣਾ, ਸਾਡੇ ਕਿਸੇ ਹੋਰ ਟੀਚਰ ਨੇ ਨਹੀਂ ਦੇਣ ਜਾਣਾ, ਤੁਹਾਡੀ ਸਹੇਲੀ ਨੇ ਨਹੀਂ ਦੇਣ ਜਾਣਾ। ਠੀਕ ਹੈ, ਕੀ ਪਤਾ ਉਹਨੇ ਵੀ ਦੇਣਾ ਹੋਵੇ। ਤਾਂ ਉਹ ਪੇਪਰ ਦੀ ਜਿਹੜੀ ਤਿਆਰੀ ਹੈਗੀ ਹੈ ਤੁਸੀਂ ਆਪੇ ਹੀ ਕਰਨੀ ਹੈ। ਤੇ ਆਪੇ ਤੁਸੀਂ ਕਿਵੇਂ ਕਰਨੀ ਹੈ, ਤੁਸੀਂ ਸਿਰਫ ਔਰ ਸਿਰਫ ਜਿਹੜੇ ਹੈ ਪ੍ਰੀਵੀਅਸ ਈਅਰ ਦੇ ਪੇਪਰ ਜਿਹੜੇ ਹੈ ਅਟੈਂਪਟ ਕਰਨੇ ਆ। ਕਨਸੈਪਟ ਲਈ ਜਿਹੜਾ ਜੀ ਹੈਗਾ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਹੈਗੀ ਆ ਅਸੀਂ ਇੱਥੇ ਤਿਆਰੀ ਕਰਾ ਰਹੇ ਹਾਂ।
ਪਿੱਛੇ ਪੂਰਾ ਤੁਸੀਂ ਟਾਈਮ ਟੇਬਲ ਜੋ ਹੈ ਦੇਖ ਸਕਦੇ ਹੋ। ਠੀਕ ਹੈ, ਪੂਰਾ ਟਾਈਮ ਟੇਬਲ ਜਿਹੜਾ ਹੈ ਦੇਖ ਸਕਦੇ ਹੋ। ਇਹਦੇ ਵਿੱਚ ਪੇਪਰ 1 ਵੀ ਇਨਕਲੂਡਡ ਹੈ, ਇਹਦੇ ਵਿੱਚ ਪੇਪਰ 2 ਵੀ ਇਨਕਲੂਡਡ ਹੈ। ਇਸੇ ਟਾਈਮ ਦੇ ਅਨੁਸਾਰ ਸਾਡੀਆਂ ਜਿਹੜੀਆਂ ਹੈ ਲਾਈਵ ਕਲਾਸਿਸ YouTube ਤੇ ਚੱਲਦੀਆਂ। ਤੁਸੀਂ ਸਾਡੇ ਚੈਨਲ ਤੇ ਜਾ ਕੇ ਚੈੱਕ ਵੀ ਜਿਹੜਾ ਹੈ ਉਹਨਾਂ ਲਾਈਵ ਕਲਾਸਿਸ ਨੂੰ ਕਰ ਸਕਦੇ ਹੋ। ਠੀਕ ਹੈ, ਤਾਂ CDP ਸ਼ਾਮ ਨੂੰ 5 ਵਜੇ ਜਿਹੜੀ ਹੈ ਰੋਜ਼ ਮੈਂ ਕਰਾਨੀ ਆ ਉਰੇ ਆ ਕੇ, ਜਿਹੜਾ ਤੁਹਾਡਾ ਮੇਨ ਸਬਜੈਕਟ ਹੈ। CDP ਤੁਸੀਂ ਜਾਣਦੇ ਹੋ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ 120+ ਨੰਬਰ ਲੈਣੇ ਹੈ CDP ਤੋਂ ਬਗੈਰ, ਤੁਸੀਂ ਸੁਪਨਾ ਭੁੱਲ ਜਾਓ ਪੇਪਰ ਕਲੀਅਰ ਕਰਨ ਦਾ ਵੀ, ਕਿਉਂਕਿ ਤੁਸੀਂ ਜਾਣ ਚੁੱਕੇ ਹੋ ਸਬਜੈਕਟ ਦੀ ਵੈਲਿਊ ਕੀ ਹੈ। ਉਹਦੇ ਵਿੱਚ ਇਕੱਲੇ 3 ਨੰਬਰ ਨਹੀਂ ਆ ਰਹੇ ਤੁਹਾਡੇ, ਉਹਦੇ ਵਿੱਚ ਤੁਹਾਡੀ ਪੈਡਾਗੋਜੀ ਆ ਰਹੀ ਹੈ, ਜਿਹੜਾ ਤੁਹਾਡਾ ਬੇਸ ਬਣਾ ਰਹੀ ਹੈ ਅੱਗੇ ਸਬਜੈਕਟ ਦੀ ਪੈਡਾਗੋਜੀ ਲਈ। ਠੀਕ ਹੈ, ਤਾਂ ਕੁੱਲ ਮਿਲਾ ਕੇ 20 ਨੰਬਰ ਤੁਸੀਂ ਸਬਜੈਕਟ ਦੀ ਪੈਡਾਗੋਜੀ ਲਾ ਲਓ, 30 ਨੰਬਰ ਤੁਸੀਂ ਇਹ ਲਾ ਲਓ ਤਾਂ 50 ਨੰਬਰ ਹੋ ਗਏ। ਪੰਜਾਬੀ ਇੰਗਲਿਸ਼ ਦੀ ਪੈਡਾਗੋਜੀ ਲਾ ਲਓ 10-10 ਨੰਬਰ, 20 70 ਅਰਾਊਂਡ 70 ਨੰਬਰ ਤੁਹਾਡੇ ਇੱਕ ਸਬਜੈਕਟ ਤੋਂ ਆ ਰਹੇ ਹੈ। ਤਾਂ ਤੁਸੀਂ ਜਿਹੜਾ ਹੈ ਇਹ ਸਬਜੈਕਟ ਬਿਲਕੁਲ ਵੀ ਛੱਡ ਨਹੀਂ ਸਕਦੇ। ਇਸ ਕਰਕੇ ਮੇਰੀ ਵੀਡੀਓਜ਼ ਨਾਲ ਜੋ ਹੈ ਜੁੜੋ। ਬਾਕੀ ਸਬਜੈਕਟਸ ਦੀ ਵੀ ਜੇ ਤੁਹਾਡੀ ਕਨਸੈਪਟ ਕਲੈਰਿਟੀ ਦੇ ਵਿੱਚ ਕੋਈ ਡਾਊਟ ਹੈ, ਕੁਛ ਹੈ, ਤਾਂ ਤੁਸੀਂ ਇਹ ਵੀਡੀਓਜ਼ ਤੇ ਜਾ ਕੇ ਜਿਹੜਾ ਹੈ ਰੈਫਰ ਕਰ ਸਕਦੇ ਹੋ। ਜੇ ਫਿਰ ਵੀ ਦੇਖੋ ਤੁਹਾਨੂੰ ਗਾਈਡੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਸਾਡੇ ਜਿਹੜਾ ਹੈ ਆਨਲਾਈਨ ਬੈਚ ਦੇ ਵਿੱਚ ਵੀ ਐਨਰੋਲ ਹੋ ਸਕਦੇ ਹੋ। 3000 ਦੇ ਵਿੱਚ ਜਿਹੜਾ ਹੈ ਇਹ ਤੁਹਾਨੂੰ ਬੈਚ ਪ੍ਰੋਵਾਈਡ ਕਰਿਆ ਜਾਏਗਾ। ਇਹਦੇ ਵਿੱਚ ਜਿਹੜੇ ਹੈਗੇ ਤੁਹਾਨੂੰ 10 ਮੌਕ ਟੈਸਟ ਵੈਸੇ ਹੀ ਦਿੱਤੇ ਜਾਣਗੇ ਤੇ ਨਾਲ ਜਿਹੜੀ ਕਲਾਸਾਂ ਨੇ ਉਹਨਾਂ ਦੇ ਵਿੱਚ ਕਨਸੈਪਟ ਪਲੱਸ ਕੁਐਸਚਨ ਨਾਲ ਜਿਹੜੇ ਹੈ ਇਹਦੇ ਵਿੱਚ ਚੱਲਦੇ ਆ। ਠੀਕ ਹੈ, ਤਾਂ ਜੇ ਤੁਸੀਂ ਚਾਹੁੰਦੇ ਹੋ ਵੀ ਟੀਚਰ ਦੀ ਹਾਂਜੀ ਸਾਨੂੰ ਪਰਸਨਲ ਗਾਈਡੈਂਸ ਮਿਲੇ, ਤਾਂ ਤੁਸੀਂ ਜਿਹੜਾ ਹੈ 1 ਮਹੀਨੇ ਦੇ ਵਿੱਚ ਤੁਹਾਨੂੰ ਜਿਹੜਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹੋ ਵੀ ਪੇਪਰ ਹੋਏਗਾ ਨਹੀਂ ਹੋਏਗਾ, ਤੁਸੀਂ ਕਿਸੇ ਟੀਚਰ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਿਲਕੁਲ ਜਿਹੜੇ ਹੈ ਸਾਡੇ ਇੱਕ ਪੇਡ ਬੈਚ ਦੇ ਵਿੱਚ ਜਾ ਕੇ ਜੁੜ ਸਕਦੇ ਹੋ। ਠੀਕ ਹੈ ਜੀ, ਤੇ ਸਾਡੇ ਪਰਿਵਾਰ ਵੱਲੋਂ, ਗਿਆਨਮ ਪੰਜਾਬ ਦੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੋ ਹੈ ਦੀਵਾਲੀ ਬਹੁਤ ਬਹੁਤ ਮੁਬਾਰਕ ਹੋਵੇ। ਹੈਪੀ ਦੀਵਾਲੀ ਸਾਡੇ ਵੱਲੋਂ ਤੁਹਾਡੇ ਪਰਿਵਾਰਾਂ ਨੂੰ, ਤੁਹਾਨੂੰ ਸਾਰਿਆਂ ਨੂੰ। ਤੁਸੀਂ ਸਾਰੇ ਜੋ ਹੈ ਵਧੀਆ ਨੰਬਰ ਲਓ ਆਪਣੇ PS ਟੈਟ ਦੇ ਵਿੱਚ, ਤੇ ਫਿਰ ਅਗਲੇ ਸਾਲ ਦੇ ਵਿੱਚ ਰੱਬ ਕਰੇ ਪੋਸਟ ਆ ਜੇ ਤੇ ਤੁਸੀਂ ਸਾਰੇ ਜਿਹੜੇ ਹੈ ਆਪਣਾ ਸੁਪਨਾ, ਪੰਜਾਬ ਦੇ ਸਕੂਲਾਂ ਦੇ ਵਿੱਚ ਅਧਿਆਪਕ ਲੱਗਣ ਦਾ ਜਿਹੜਾ ਤੁਹਾਡਾ ਸੁਪਨਾ ਹੈ, ਉਹ ਜਿਹੜਾ ਹੈ ਅਸੀਂ ਅਰਦਾਸ ਕਰਦੇ ਹਾਂ ਇਸ ਦੀਵਾਲੀ ਤੇ ਵੀ ਉਹ ਤੁਹਾਡਾ ਛੇਤੀ ਤੋਂ ਛੇਤੀ ਜਿਹੜਾ ਹੈ ਪੂਰਾ ਹੋ ਜਾਵੇ। ਤਾਂ ਉਹਦੇ ਲਈ ਪਹਿਲਾ ਸਟੈਪ ਕੀ ਹੈ? PS ਟੈਟ ਹੈ ਪਹਿਲਾ ਸਟੈਪ, ਜੋ ਕਿ ਤੁਹਾਡਾ ਆ ਰਿਹਾ 1 ਦਸੰਬਰ ਨੂੰ। ਤਾਂ ਉਹਦੇ ਲਈ ਆਪਾਂ ਜਿਹੜੀ ਹੈ ਹੁਣ ਖਿੱਚ ਕੇ ਤਿਆਰੀ ਕਰਨੀ ਹੈ। ਖਿੱਚ ਕੇ ਕੀ ਕਰਨੀ ਹੈ? ਪ੍ਰੈਕਟਿਸ ਕਰਨੀ ਹੈ। ਪ੍ਰੀਵੀਅਸ ਈਅਰ ਕੁਐਸਚਨ ਖਿੱਚ ਕੇ, ਆਪਾਂ ਕਿਤਾਬਾਂ ਨਹੀਂ ਪੜ੍ਹਨ ਲੱਗ ਜਾਣੀਆਂ, ਆਪਾਂ ਖਿੱਚ ਕੇ ਕੀ ਕਰਨੀ ਹੈ? ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਜਿਹੜੀ ਹੈ ਪ੍ਰੈਕਟਿਸ ਕਰਨੀ ਹੈ। ਤਾਂ ਜਿਹੜਾ ਹੈ ਤੁਸੀਂ ਇਸ ਤਰੀਕੇ ਨਾਲ ਇਸ ਪੇਪਰ ਨੂੰ, ਬਿਲਕੁਲ ਵੀ ਚਾਂਸ ਹੀ ਨਹੀਂ ਹੋ ਸਕਦਾ ਵੀ ਤੁਹਾਡਾ ਇਹ ਪੇਪਰ ਕਲੀਅਰ ਨਾ ਹੋਵੇ। ਤਾਂ ਜੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ। ਖੁਸ਼ ਰਹੋ, ਹੱਸਦੇ ਵਸਦੇ ਰਹੋ। ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਦੇ ਵਿੱਚ ਆਪਣੇ ਡਾਊਟਸ ਪੁੱਛੋ। ਤੁਹਾਨੂੰ ਸਬਜੈਕਟ ਰਿਲੇਟਡ, ਸਟ੍ਰੈਟਜੀ ਰਿਲੇਟਡ ਕੋਈ ਵੀ ਤੁਹਾਨੂੰ ਡਾਊਟ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਇਹਨੂੰ ਸ਼ੇਅਰ ਕਰੋ, ਕਮੈਂਟਾਂ ਦੇ ਵਿੱਚ ਆਪਣਾ ਪਿਆਰ ਦਿਓ। ਖੁਸ਼ ਰਹੋ, ਹੱਸਦੇ ਵਸਦੇ ਰਹੋ। ਹੈਪੀ ਦੀਵਾਲੀ। ਧੰਨਵਾਦ ਜੀ ਸਾਰਿਆਂ ਦਾ।